Dear students, Sat Shri Akal Ji. Most welcome in Creative Guruji. Please subscribe the channel and hit the bell icon for latest video notifications. Science Class 9 Chapter 1 Matter in our surrounding. ਕੀ ਪਦਾਰਥ ਆਪਣੀ ਅਵਸਥਾ ਨੂੰ ਬਦਲ ਸਕਦਾ ਹੈ? Can matter change its state? Water can exist in 3 states of matter. ਅਸੀਂ ਜਾਣਦੇ ਹਾਂ ਕਿ ਪਾਣੀ 3 ਅਵਸਥਾ ਵਿੱਚ ਰਹਿ ਸਕਦਾ ਹੈ। Solid as ice, ਠੋਸ ਜਿਵੇਂ ਬਰਫ਼, liquid as familiar water, ਤਰਲ ਜਿਵੇਂ ਪਾਣੀ, and gas as a water vapors, ਗੈਸ ਜਿਵੇਂ ਜਲ ਵਾਸ਼ਪ। ਬਹੁਤ ਸਾਰੇ ਕੁਐਸਚਨ ਸਾਡੇ ਦਿਮਾਗ ਵਿੱਚ ਆਉਂਦੇ ਹਨ, ਜਿਵੇਂ ਕਿ ਅਵਸਥਾ ਬਦਲਣ ਵੇਲੇ ਪਦਾਰਥ ਵਿੱਚ ਕੀ ਹੁੰਦਾ ਹੈ, ਅਵਸਥਾ ਪਰਿਵਰਤਨ ਨਾਲ ਪਦਾਰਥ ਦੇ ਕਣਾਂ ਤੇ ਕੀ ਪ੍ਰਭਾਵ ਪੈਂਦਾ ਹੈ, ਕੀ ਸਾਨੂੰ ਇਹਨਾਂ ਸਾਰੇ ਪ੍ਰਸ਼ਨਾਂ ਦਾ ਉੱਤਰ ਨਹੀਂ ਲੱਭਣਾ ਚਾਹੀਦਾ। ਇਹ ਸਾਰੇ ਕੁਐਸਚਨ ਸਾਨੂੰ ਅੱਗੇ ਆਉਣ ਵਾਲੇ ਟੌਪਿਕ ਵਿੱਚ ਕਲੀਅਰ ਹੋ ਜਾਣਗੇ। ਸਾਡਾ ਨੈਕਸਟ ਟੌਪਿਕ ਹੈ ਇੰਟਰਕਨਵਰਜ਼ਨ ਆਫ ਸਟੇਟਸ ਆਫ ਮੈਟਰ। ਸਭ ਤੋਂ ਪਹਿਲਾਂ ਅਸੀਂ ਇੰਟਰਕਨਵਰਜ਼ਨ ਆਫ ਸਟੇਟਸ ਆਫ ਮੈਟਰ ਨੂੰ ਪਰਿਭਾਸ਼ਿਤ ਕਰਦੇ ਹਾਂ ਜਾਂ ਸਪਸ਼ਟ ਕਰਦੇ ਹਾਂ। The phenomenon of change of matter from one state to another state by altering the conditions of temperature and pressure is called interconversion of matter. ਤਾਪਮਾਨ ਅਤੇ ਦਬਾਅ ਦੀਆਂ ਸਥਿਤੀਆਂ ਵਿੱਚ ਤਬਦੀਲੀ ਕਰਕੇ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਪਦਾਰਥ ਦੇ ਤਬਦੀਲੀ ਦੇ ਵਰਤਾਰੇ ਨੂੰ ਪਦਾਰਥ ਦਾ ਅੰਤਰ ਪਰਿਵਰਤਨ ਕਿਹਾ ਜਾਂਦਾ ਹੈ। ਓਕੇ, the phenomenon of change of matter from one state to another state by altering the conditions of temperature and pressure is called interconversion of matter. ਤਾਪਮਾਨ ਅਤੇ ਦਬਾਅ ਦੀਆਂ ਸਥਿਤੀਆਂ ਵਿੱਚ ਤਬਦੀਲੀ ਕਰਕੇ ਇੱਕ ਅਵਸਥਾ ਤੋਂ ਦੂਜੀ ਅਵਸਥਾ ਵਿੱਚ ਪਦਾਰਥ ਦੇ ਤਬਦੀਲੀ ਦੇ ਵਰਤਾਰੇ ਨੂੰ ਪਦਾਰਥ ਦਾ ਅੰਤਰ ਪਰਿਵਰਤਨ ਕਿਹਾ ਜਾਂਦਾ ਹੈ। The states of matter can be interchanged into one another by altering the conditions of, ਮਤਲਬ ਪਦਾਰਥ ਦੀਆਂ ਸਥਿਤੀਆਂ ਦੀਆਂ ਸ਼ਰਤਾਂ ਨੂੰ ਬਦਲ ਕੇ ਇੱਕ ਦੂਜੇ ਵਿੱਚ ਤਬਦੀਲ ਕੀਤੀਆਂ ਜਾ ਸਕਦੀਆਂ ਹਨ। ਉਹ ਸ਼ਰਤਾਂ ਕਿਹੜੀਆਂ ਹਨ? ਕੰਡੀਸ਼ਨਸ ਕਿਹੜੀਆਂ ਹਨ? ਟੈਂਪਰੇਚਰ ਐਂਡ ਪ੍ਰੈਸ਼ਰ। ਸਭ ਤੋਂ ਪਹਿਲਾਂ ਅਸੀਂ ਪਦਾਰਥ ਦੀਆਂ ਅਵਸਥਾ ਦੇ ਆਪਸੀ ਤਾਲਮੇਲ ਉੱਤੇ ਤਾਪਮਾਨ ਦੇ ਪ੍ਰਭਾਵ ਬਾਰੇ ਗੱਲ ਕਰਾਂਗੇ। ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਤਾਪਮਾਨ ਪਰਿਵਰਤਨ ਦਾ ਪ੍ਰਭਾਵ। ਇੰਟਰਕਨਵਰਜ਼ਨ ਆਫ ਸੋਲਿਡ ਇਨਟੂ ਲਿਕੁਇਡ, ਭਾਵ ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ। ਔਰ ਇੰਟਰਕਨਵਰਜ਼ਨ ਆਫ ਲਿਕੁਇਡ ਇਨਟੂ ਸੋਲਿਡ, ਭਾਵ ਦ੍ਰਵ ਤੋਂ ਠੋਸ ਅਵਸਥਾ ਵਿੱਚ ਪਰਿਵਰਤਨ। The solids can be converted into liquid by heating them, ਭਾਵ ਠੋਸ ਨੂੰ ਹੀਟ ਨਾਲ ਮਤਲਬ ਗਰਮ ਕਰਕੇ ਦ੍ਰਵ ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। And the liquid can be converted into solids by cooling them, ਭਾਵ ਦ੍ਰਵ ਨੂੰ ਕੂਲਿੰਗ ਮਤਲਬ ਠੰਡਾ ਕਰਕੇ ਠੋਸ ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਉਦਾਹਰਨ ਦੀ ਗੱਲ ਕਰੀਏ, ਜਦੋਂ ਬਰਫ਼ ਨੂੰ 0 ਡਿਗਰੀ ਸੈਲਸੀਅਸ ਤੇ ਗਰਮ ਕੀਤਾ ਜਾਂਦਾ ਹੈ ਤਾਂ ਬਰਫ਼ ਪਾਣੀ ਵਿੱਚ ਬਦਲ ਜਾਂਦੀ ਹੈ, ਅਤੇ ਜਦੋਂ ਪਾਣੀ ਨੂੰ 0 ਡਿਗਰੀ ਸੈਲਸੀਅਸ ਤੇ ਠੰਡਾ ਕੀਤਾ ਜਾਂਦਾ ਹੈ ਤਾਂ ਇਹ ਬਰਫ਼ ਬਣ ਜਾਂਦਾ ਹੈ। ਠੋਸ ਦੇ ਤਰਲ ਰੂਪ ਵਿੱਚ ਤਬਦੀਲੀ ਬਾਰੇ ਮੈਲਟਿੰਗ ਮਤਲਬ ਪਿਘਲਣ ਦੀ ਪ੍ਰਕਿਰਿਆ ਵਿੱਚ ਦੱਸਿਆ ਗਿਆ ਹੈ। ਮੈਲਟਿੰਗ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। The process due to which a solid changes into liquid by absorbing heat energy is called melting, ਜਿਸ ਵਿੱਚ ਇੱਕ ਠੋਸ ਗਰਮੀ ਸੋਖਣ ਦੇ ਕਾਰਨ ਤਰਲ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਮੈਲਟਿੰਗ ਪਿਘਲਣ ਕਿਹਾ ਜਾਂਦਾ ਹੈ। ਠੀਕ ਹੈ। The process due to which a solid changes into liquid by absorbing heat energy is called melting, ਜਿਸ ਵਿੱਚ ਇੱਕ ਠੋਸ ਗਰਮੀ ਸੋਖਣ ਦੇ ਕਾਰਨ ਤਰਲ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਮੈਲਟਿੰਗ ਪਿਘਲਣ ਕਿਹਾ ਜਾਂਦਾ ਹੈ। ਠੋਸ ਦੇ ਤਾਪਮਾਨ ਨੂੰ ਵਧਾਉਣ ਤੇ ਉਸਦੇ ਕਣਾਂ ਦੀ ਗਤਿਜ ਊਰਜਾ ਵੱਧ ਜਾਂਦੀ ਹੈ। ਗਤਿਜ ਊਰਜਾ ਵਧਣ ਨਾਲ ਕਣ ਵਧੇਰੇ ਤੇਜ਼ੀ ਨਾਲ ਕੰਬਣ ਲੱਗ ਪੈਂਦੇ ਹਨ। ਗਰਮੀ ਦੇ ਕਾਰਨ ਦਿੱਤੀ ਹੋਈ ਊਰਜਾ ਕਣਾਂ ਦੇ ਵਿੱਚ ਆਕਰਸ਼ਣ ਬਲ ਨੂੰ ਪਾਰ ਕਰ ਲੈਂਦੀ ਹੈ। ਇਸ ਕਾਰਨ ਕਣ ਆਪਣੇ ਸਥਾਨ ਨੂੰ ਛੱਡ ਕੇ ਵਧੇਰੇ ਸੁਤੰਤਰ ਹੋ ਕੇ ਗਤੀ ਕਰਨ ਲੱਗ ਪੈਂਦੇ ਹਨ। ਇੱਕ ਅਵਸਥਾ ਅਜਿਹੀ ਆਉਂਦੀ ਹੈ ਜਦੋਂ ਠੋਸ ਪਿਘਲ ਕੇ ਦ੍ਰਵ ਵਿੱਚ ਪਰਿਵਰਤਿਤ ਹੋ ਜਾਂਦਾ ਹੈ। ਪਿਘਲਣ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟਰਮ ਮੈਲਟਿੰਗ ਪੁਆਇੰਟ। Melting point, the temperature at which a solid melt to become a liquid at atmospheric pressure is called its melting point. ਜਿਸ ਤਾਪਮਾਨ ਤੇ ਠੋਸ ਪਿਘਲ ਕੇ ਦ੍ਰਵ ਬਣ ਜਾਂਦਾ ਹੈ ਉਹ ਇਸ ਦਾ ਪਿਘਲਣ ਅੰਕ melting point ਅਖਵਾਉਂਦਾ ਹੈ। Melting point, the temperature at which a solid melt to become a liquid
at the atmospheric pressure is called its melting point। मतलब जिस तापमान ते ठोस पिघल के द्रव बन जाता है ਉਹ ਇਸ ਦਾ ਪਿਘਲਣ ਅੰਕ ਮੈਲਟਿੰਗ ਪੁਆਇੰਟ ਅਖਵਾਉਂਦਾ ਹੈ। ਕਿਸੇ ਠੋਸ ਦਾ ਪਿਘਲਣ ਅੰਕ ਮੈਲਟਿੰਗ ਪੁਆਇੰਟ ਉਸਦੇ ਕਣਾਂ ਵਿਚਲੇ ਆਕਰਸ਼ਣ ਬਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਠੀਕ ਹੈ, ਕਿਸੇ ਵੀ ਠੋਸ ਦਾ ਪਿਘਲਣ ਅੰਕ ਹੈ ਜਾਂ ਮੈਲਟਿੰਗ ਪੁਆਇੰਟ ਉਹ ਕੀ ਕਰਦਾ ਹੈ, ਉਸਦੇ ਕਣਾਂ ਵਿਚਲੇ ਆਕਰਸ਼ਣ ਬਲ ਦੀ ਮਜ਼ਬੂਤੀ ਨੂੰ ਦਰਸਾਉਂਦਾ ਹੈ। ਬਰਫ਼ ਦਾ ਪਿਘਲਣ ਦਰਜਾ 273.16 ਕੈਲਵਿਨ ਹੈ। ਪਿਘਲਣ ਦੀ ਪ੍ਰਕਿਰਿਆ ਭਾਵ ਠੋਸ ਤੋਂ ਦ੍ਰਵ ਅਵਸਥਾ ਵਿੱਚ ਪਰਿਵਰਤਨ ਨੂੰ ਫਿਊਜ਼ਨ ਵੀ ਕਹਿੰਦੇ ਹਨ। ਅੱਗੇ ਗੱਲ ਕਰੀਏ ਤਾਂ ਤਰਲ ਦੇ ਠੋਸ ਰੂਪ ਵਿੱਚ ਤਬਦੀਲੀ ਬਾਰੇ ਫ੍ਰੀਜ਼ਿੰਗ ਜਾਂ ਜੰਮਣ ਦੀ ਪ੍ਰਕਿਰਿਆ ਵਿੱਚ ਦੱਸਿਆ ਗਿਆ ਹੈ। Freezing, the process due to which a liquid changes into solid by giving out heat energy is called freezing, ਜਿਸ ਵਿੱਚ ਇੱਕ ਤਰਲ ਗਰਮੀ ਬਾਹਰ ਕੱਢਣ ਨਾਲ ਠੋਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ freezing ਜਾਂ ਜੰਮਣਾ ਕਿਹਾ ਜਾਂਦਾ ਹੈ। The process due to which a liquid changes into solid by giving out heat energy is called freezing, ਜਿਸ ਵਿੱਚ ਇੱਕ ਤਰਲ ਗਰਮੀ ਬਾਹਰ ਕੱਢਣ ਨਾਲ ਠੋਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ ਫ੍ਰੀਜ਼ਿੰਗ ਜਾਂ ਜੰਮਣਾ ਕਿਹਾ ਜਾਂਦਾ ਹੈ। ਫ੍ਰੀਜ਼ਿੰਗ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟਰਮ ਫ੍ਰੀਜ਼ਿੰਗ ਪੁਆਇੰਟ। ਫ੍ਰੀਜ਼ਿੰਗ ਪੁਆਇੰਟ the constant temperature at which a liquid changes into a solid state by giving out heat energy is called freezing point। constant temperature मतलब ਨਿਰੰਤਰ ਤਾਪਮਾਨ ਜਿਸ ਤੇ ਇੱਕ ਤਰਲ ਗਰਮੀ ਬਾਹਰ ਕੱਢਣ ਨਾਲ ਠੋਸ ਅਵਸਥਾ ਵਿੱਚ ਬਦਲ ਜਾਂਦਾ ਹੈ ਤਾਂ ਇਸ ਨੂੰ ਇਸ ਦਾ ਫ੍ਰੀਜ਼ਿੰਗ ਪੁਆਇੰਟ ਕਿਹਾ ਜਾਂਦਾ ਹੈ। ਠੀਕ ਹੈ, ਤਰਲ ਅਵਸਥਾ ਨੂੰ ਠੋਸ ਅਵਸਥਾ ਵਿੱਚ ਤਬਦੀਲ ਕਰਨ ਨੂੰ ਸੋਲਿਡਿਫਿਕੇਸ਼ਨ ਵਜੋਂ ਵੀ ਜਾਣਿਆ ਜਾਂਦਾ ਹੈ। ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਤਾਪਮਾਨ ਪਰਿਵਰਤਨ ਦਾ ਪ੍ਰਭਾਵ। ਇੰਟਰਕਨਵਰਜ਼ਨ ਆਫ ਸੋਲਿਡ ਇਨਟੂ ਗੈਸੀਅਸ ਸਟੇਟ ਭਾਵ ਦ੍ਰਵ ਤੋਂ ਗੈਸ ਅਵਸਥਾ ਵਿੱਚ ਪਰਿਵਰਤਨ। और इंटरकन्वर्जन ऑफ गैसियस इनटू लिक्विड स्टेट भाव गैस तो द्रव अवस्था विच परिवर्तन। The liquid can be converted into gases by heating them भाव द्रव ਨੂੰ ਹੀਟਿੰਗ ਨਾਲ ਮਤਲਬ ਗਰਮ ਕਰਕੇ ਗੈਸ ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। and the gases can be converted into liquid by cooling them ਭਾਵ ਗੈਸ ਨੂੰ ਕੂਲਿੰਗ ਨਾਲ ਮਤਲਬ ਠੰਡਾ ਕਰਕੇ द्रव ਅਵਸਥਾ ਵਿੱਚ ਪਰਿਵਰਤਨ ਕੀਤਾ ਜਾ ਸਕਦਾ ਹੈ। ਉਦਾਹਰਨ ਵਜੋਂ ਜਦੋਂ ਪਾਣੀ ਨੂੰ 100 ਡਿਗਰੀ ਸੈਲਸੀਅਸ ਤੇ ਗਰਮ ਕੀਤਾ ਜਾਂਦਾ ਹੈ ਤਾਂ ਪਾਣੀ ਭਾਫ ਵਿੱਚ ਬਦਲ ਜਾਂਦਾ ਹੈ ਅਤੇ ਜਦੋਂ ਭਾਫ ਨੂੰ 100 ਡਿਗਰੀ ਸੈਲਸੀਅਸ ਤੋਂ ਥੱਲੇ ਰੱਖਿਆ ਜਾਂਦਾ ਹੈ ਤਾਂ ਇਹ ਤਰਲ ਦਾ ਗੈਸ ਅਵਸਥਾ ਵਿੱਚ ਬਦਲਣਾ ਜਾਂ ਕਹਿ ਲੋ द्रव ਨੂੰ ਹੀਟਿੰਗ ਨਾਲ ਮਤਲਬ ਗਰਮ ਕਰਕੇ ਗੈਸ ਅਵਸਥਾ ਵਿੱਚ ਪਰਿਵਰਤਨ ਨੂੰ ਬੋਇਲਿੰਗ ਜਾਂ ਵਾਸ਼ਪੀਕਰਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਬੋਇਲਿੰਗ ਵਾਸ਼ਪੀਕਰਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। The process due to which a liquid changes into gaseous state by absorbing heat is called boiling, ਜਿਸ ਵਿੱਚ ਇੱਕ ਤਰਲ ਗਰਮੀ ਸੋਖਣ ਦੇ ਕਾਰਨ ਗੈਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ boiling ਵਾਸ਼ਪੀਕਰਨ ਕਿਹਾ ਜਾਂਦਾ ਹੈ। The process due to which a liquid changes into gaseous state by absorbing heat is called boiling, ਜਿਸ ਵਿੱਚ ਇੱਕ ਤਰਲ ਗਰਮੀ ਸੋਖਣ ਦੇ ਕਾਰਨ ਗੈਸ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਤਰ੍ਹਾਂ ਦੀ ਪ੍ਰਕਿਰਿਆ ਨੂੰ boiling ਵਾਸ਼ਪੀਕਰਨ ਕਿਹਾ ਜਾਂਦਾ ਹੈ। ਜਦੋਂ ਅਸੀਂ ਪਾਣੀ ਨੂੰ ਤਾਪ ਊਰਜਾ ਦਿੰਦੇ ਹਾਂ ਤਾਂ ਕਣ ਵਧੇਰੇ ਤੇਜ਼ੀ ਨਾਲ ਗਤੀ ਕਰਦੇ ਹਨ। ਇੱਕ ਨਿਸ਼ਚਿਤ ਤਾਪਮਾਨ ਤੇ ਪਹੁੰਚ ਕੇ ਕਣਾਂ ਵਿੱਚ ਇੰਨੀ ਜ਼ਿਆਦਾ ਊਰਜਾ ਆ ਜਾਂਦੀ ਹੈ ਕਿ ਉਹ ਆਪਸੀ ਆਕਰਸ਼ਣ ਬਲ ਨੂੰ ਤੋੜ ਕੇ ਸੁਤੰਤਰ ਹੋ ਜਾਂਦੇ ਹਨ। ਇਸ ਤਾਪਮਾਨ ਤੇ द्रव ਗੈਸ ਵਿੱਚ ਬਦਲਣਾ ਸ਼ੁਰੂ ਹੋ ਜਾਂਦਾ ਹੈ। ਬੋਇਲਿੰਗ ਨਾਲ ਸੰਬੰਧਿਤ ਇੱਕ ਮਹੱਤਵਪੂਰਨ ਟਰਮ boiling point। Boiling point, the temperature at which a liquid starts boiling at the atmospheric pressure is known as its boiling point। मतलब जिस तापमान ते कोई तरल वायुमंडलिक दबाव ते उबलना शुरू करता है उस ਨੂੰ ਇਸ ਦਾ ਉਬਾਲ ਬਿੰਦੂ ਜਾਂ boiling point ਵਜੋਂ ਜਾਣਿਆ ਜਾਂਦਾ ਹੈ। ਉਬਲਣਾ ਇੱਕ ਸਮਸ਼ਟੀ ਗੁਣ ਹੈ। द्रव ਦੇ ਸਾਰੇ ਕਣਾਂ ਨੂੰ ਇੰਨੀ ਊਰਜਾ ਮਿਲ ਜਾਂਦੀ ਹੈ ਕਿ ਉਹ ਵਾਸ਼ਪ ਵਿੱਚ ਬਦਲ ਜਾਂਦੇ ਹਨ। The boiling point of water is 100 degree Celsius। ਗੈਸ ਦਾ ਤਰਲ ਅਵਸਥਾ ਵਿੱਚ ਬਦਲਣਾ ਜਾਂ ਕਹਿ ਲੋ ਗੈਸ ਨੂੰ ਕੂਲਿੰਗ ਨਾਲ ਮਤਲਬ ਠੰਡਾ ਕਰਕੇ द्रव ਅਵਸਥਾ ਵਿੱਚ ਪਰਿਵਰਤਨ ਨੂੰ ਕੰਡੈਂਸੇਸ਼ਨ ਜਾਂ ਸੰਘਣਨ ਦੇ ਤੌਰ ਤੇ ਜਾਣਿਆ ਜਾਂਦਾ ਹੈ। ਕੰਡੈਂਸੇਸ਼ਨ ਸੰਘਣਨ ਨੂੰ ਇਸ ਤਰ੍ਹਾਂ ਪਰਿਭਾਸ਼ਿਤ ਕਰ ਸਕਦੇ ਹਾਂ। The process due to which a gas changes into liquid state by giving out heat is called condensation। ਉਹ ਪ੍ਰਕਿਰਿਆ ਜਿਸ ਦੇ ਵਿੱਚ ਗੈਸ ਤਰਲ ਅਵਸਥਾ ਵਿੱਚ ਬਦਲਦੀ ਹੈ ਕੰਡੈਂਸੇਸ਼ਨ ਸੰਘਣਨ ਕਿਹਾ ਜਾਂਦਾ ਹੈ। The process due to which a gas changes into liquid state by giving out heat is called condensation। ਉਹ ਪ੍ਰਕਿਰਿਆ ਜਿਸ ਦੇ ਵਿੱਚ ਗੈਸ ਤਰਲ ਅਵਸਥਾ ਵਿੱਚ ਬਦਲਦੀ ਹੈ ਕੰਡੈਂਸੇਸ਼ਨ ਸੰਘਣਨ ਕਿਹਾ ਜਾਂਦਾ ਹੈ।
Similar to other processes, condensation also have condensation point. The temperature at which a gas changes into liquid by giving out heat at the atmospheric pressure is known as its condensation point. मतलब जिस तापमान ਤੇ ਇੱਕ ਗੈਸ ਵਾਤਾਵਰਣ ਦੇ ਦਬਾਅ ਤੇ ਤਰਲ ਵਿੱਚ ਬਦਲ ਜਾਂਦੀ ਹੈ, ਇਸ ਨੂੰ ਕੰਡੈਂਸੇਸ਼ਨ ਪੁਆਇੰਟ ਵਜੋਂ ਜਾਣਿਆ ਜਾਂਦਾ ਹੈ। ਇਫੈਕਟ ਆਫ ਚੇਂਜ ਆਫ ਟੈਂਪਰੇਚਰ, ਤਾਪਮਾਨ ਪਰਿਵਰਤਨ ਦਾ ਪ੍ਰਭਾਵ। ਲਾਸਟ ਇੰਟਰਕਨਵਰਜ਼ਨ ਇਜ਼ ਡਾਇਰੈਕਟ ਕਨਵਰਜ਼ਨ। डायरेक्ट इंटरकन्वर्जन ऑफ सॉलिड इनटू गैसियस स्टेट, भाव ठोस तो गैस अवस्था विच सिद्धा परिवर्तन। और डायरेक्ट इंटरकन्वर्जन ऑफ गैसियस इनटू सॉलिड स्टेट, भाव गैस तो ठोस अवस्था विच सिद्धा परिवर्तन। ਅਸੀਂ ਸਿੱਖਿਆ ਹੈ ਕਿ ਗਰਮ ਕਰਨ ਤੇ ਪਦਾਰਥ ਦੀ ਅਵਸਥਾ ਬਦਲ ਜਾਂਦੀ ਹੈ। ਗਰਮ ਹੋਣ ਤੇ ਠੋਸ ਤੋਂ ਦ੍ਰਵ ਅਤੇ ਦ੍ਰਵ ਤੋਂ ਗੈਸ ਬਣ ਜਾਂਦੇ ਹਨ। ਪਰ ਕੁਝ ਅਜਿਹੇ ਪਦਾਰਥ ਹਨ ਜੋ ਦ੍ਰਵ ਅਵਸਥਾ ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਵਿੱਚ ਅਤੇ ਵਾਪਸ ਠੋਸ ਵਿੱਚ ਬਦਲ ਜਾਂਦੇ ਹਨ। A change of state directly from solid to gas without changing into liquid state is called sublimation। मतलब द्रव अवस्था ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਅਤੇ ਵਾਪਸ ਠੋਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਜੋਹਰ ਉਡਾਉਣ ਕਿਰਿਆ ਕਹਿੰਦੇ ਹਨ। A change of state directly from solid to gas without changing into liquid state is called sublimation। मतलब द्रव अवस्था ਵਿੱਚ ਪਰਿਵਰਤਿਤ ਹੋਏ ਬਿਨਾਂ ਠੋਸ ਅਵਸਥਾ ਤੋਂ ਸਿੱਧੇ ਗੈਸ ਅਤੇ ਵਾਪਸ ਠੋਸ ਵਿੱਚ ਬਦਲਣ ਦੀ ਪ੍ਰਕਿਰਿਆ ਨੂੰ ਜੋਹਰ ਉਡਾਉਣ ਕਿਰਿਆ ਕਹਿੰਦੇ ਹਨ। ਹੁਣ ਅਸੀਂ ਫਲੋ ਚਾਰਟ ਦੀ ਮਦਦ ਨਾਲ ਇਸ ਨੂੰ ਰਿਵਾਈਜ਼ ਕਰਦੇ ਹਾਂ। solid, liquid, gas, melting, solid to liquid, freezing, liquid to solid, boiling, liquid to gas or vapor, condensation, gas or vapors to solid, sublimation, solid to gas, sublimation, gas to solid। Now we will move to the effect of change of pressure on interconversion of states of matter। मतलब ਅਸੀਂ ਪਦਾਰਥਾਂ ਦੀ ਅਵਸਥਾ ਉੱਤੇ ਦਬਾਅ ਦੇ ਪ੍ਰਭਾਵ ਬਾਰੇ ਵਿਚਾਰ ਕਰਾਂਗੇ। ਇਫੈਕਟ ਆਫ ਪ੍ਰੈਸ਼ਰ ਮਤਲਬ ਦਬਾਅ ਦਾ ਪ੍ਰਭਾਵ। The difference in various state of matter is due to the difference in the distances between the constituent particles। ਅਰਥ ਅਸੀਂ ਜਾਣਦੇ ਹਾਂ ਕਿ ਘਟਕ ਕਣਾਂ ਦੇ ਵਿਚਲੀ ਦੂਰੀ ਵਿੱਚ ਅੰਤਰ ਹੋਣ ਦੇ ਕਾਰਨ ਪਦਾਰਥਾਂ ਦੀਆਂ ਵੱਖ-ਵੱਖ ਅਵਸਥਾਵਾਂ ਵਿੱਚ ਅੰਤਰ ਹੁੰਦਾ ਹੈ। ਕਿਸੇ ਸਿਲੰਡਰ ਵਿੱਚ ਭਰੀ ਗੈਸ ਤੇ ਦਬਾਅ ਲਗਾਉਣ ਅਤੇ ਨਿਪੀੜਨ ਤੇ ਕੀ ਹੋਵੇਗਾ? ਕੀ ਇਸ ਦੇ ਕਣਾਂ ਵਿੱਚ ਦੂਰੀ ਘੱਟ ਹੋ ਜਾਵੇਗੀ? ਕੀ ਤੁਹਾਨੂੰ ਲੱਗਦਾ ਹੈ ਕਿ ਦਬਾਅ ਵਧਾਉਣ ਜਾਂ ਘਟਾਉਣ ਨਾਲ ਪਦਾਰਥ ਦੀ ਅਵਸਥਾ ਵਿੱਚ ਪਰਿਵਰਤਨ ਹੋ ਸਕਦਾ ਹੈ? ਜਦੋਂ ਗੈਸ ਕੰਪਰੈਸ ਹੁੰਦੀ ਹੈ ਤਾਂ ਇਸ ਦੇ ਪਾਰਟੀਕਲਸ ਦੀ ਇੰਟਰਮੋਲੀਕੂਲਰ ਸਪੇਸ ਮਤਲਬ ਵਿਚਲੀ ਦੂਰੀ ਘਟ ਜਾਂਦੀ ਹੈ ਅਤੇ ਇਹ ਦ੍ਰਵ ਵਿੱਚ ਤਬਦੀਲ ਹੋ ਜਾਂਦੇ ਹਨ। ਠੀਕ ਹੈ। ਪ੍ਰੈਸ਼ਰ ਤੇ ਟੈਂਪਰੇਚਰ ਕਿਸੇ ਵੀ ਪਦਾਰਥ ਦੀ ਅਵਸਥਾ ਨਿਰਧਾਰਿਤ ਕਰਦੇ ਹਨ। ਹੈਵ ਯੂ ਹਰਡ ਆਫ ਸੋਲਿਡ ਕਾਰਬਨ ਡਾਈਆਕਸਾਈਡ CO2? ਮਤਲਬ ਕੀ ਤੁਸੀਂ ਠੋਸ ਕਾਰਬਨ ਡਾਈਆਕਸਾਈਡ CO2 ਬਾਰੇ ਸੁਣਿਆ ਹੈ? ਇਟ ਇਜ਼ ਸਟੋਰਡ ਅੰਡਰ ਹਾਈ ਪ੍ਰੈਸ਼ਰ। ਇਹ ਉੱਚ ਦਬਾਅ ਹੇਠ ਸਟੋਰ ਕੀਤੀ ਜਾਂਦੀ ਹੈ। ਇਟ ਇਜ਼ ਸਟੋਰਡ ਅੰਡਰ ਹਾਈ ਪ੍ਰੈਸ਼ਰ। ਇਹ ਉੱਚ ਦਬਾਅ ਤੇ ਸਟੋਰ ਕੀਤੀ ਜਾਂਦੀ ਹੈ। Solid CO2 gets converted directly to gaseous state on decrease of pressure of 1 atmosphere without coming into liquid state। This is the reason that solid carbon dioxide is also known as dry ice। ਇਸ ਦਾ ਮਤਲਬ ਕੀ ਹੈ? ਤਰਲ ਅਵਸਥਾ ਵਿੱਚ ਆਉਣ ਤੋਂ ਬਿਨਾਂ ਠੋਸ CO2 ਕਾਰਬਨ ਡਾਈਆਕਸਾਈਡ ਦਬਾਅ ਘੱਟ ਹੋਣ ਤੇ ਸਿੱਧੇ ਤੌਰ ਤੇ ਗੈਸਾਂ ਦੀ ਸਥਿਤੀ ਵਿੱਚ ਤਬਦੀਲ ਹੋ ਜਾਂਦੀ ਹੈ। ਇਹੀ ਕਾਰਨ ਹੈ ਕਿ ਠੋਸ ਕਾਰਬਨ ਡਾਈਆਕਸਾਈਡ ਨੂੰ ਸੁੱਕੀ ਬਰਫ਼ ਵੀ ਕਿਹਾ ਜਾਂਦਾ ਹੈ। ਸੁੱਕੀ ਬਰਫ਼ ਸੋਲਿਡ ਕਾਰਬਨ ਡਾਈਆਕਸਾਈਡ ਬਹੁਤ ਠੰਡੀ ਹੁੰਦੀ ਹੈ ਅਤੇ ਇਸ ਨੂੰ ਆਈਸ ਕ੍ਰੀਮ ਨੂੰ ਠੰਡਾ ਰੱਖਣ ਲਈ ਵਰਤਿਆ ਜਾਂਦਾ ਹੈ। Unit of pressure, atmosphere is a unit of measuring pressure exerted by a gas। The unit of pressure is Pascal। 1 atm equals to 1.01 into 10 raised to power 8 Pa। ਇਹ ਸਾਰਾ ਕੁਝ ਸਮਝਣ ਤੋਂ ਬਾਅਦ ਹੁਣ ਅਸੀਂ ਕਹਿ ਸਕਦੇ ਹਾਂ ਕਿ ਦਬਾਅ ਅਤੇ ਤਾਪਮਾਨ ਕਿਸੇ ਪਦਾਰਥ ਦੀ ਸਥਿਤੀ ਨਿਰਧਾਰਿਤ ਕਰਦੇ ਹਨ, ਭਾਵੇਂ ਇਹ ਠੋਸ, ਤਰਲ ਜਾਂ ਗੈਸ ਹੋਵੇ। In this video or lecture, we learn about the interconversion of states of matter, effect of change of temperature, effect of change of pressure। That's all about topics। I hope you will understand today's topic in this lecture। Don't forget to hit the like button and share this video। Subscribe to our channel, keep hard work and make parents' name shine।